हाँ जी बेटा, सत श्री अकाल सारिਆਂ ਨੂੰ। 100 ਡੇਜ਼ ਪ੍ਰੋਗਰਾਮ ਦੇ ਵਿੱਚ ਆਪਾਂ ਡੇ 27 ਤੱਕ ਦਾ ਕੰਮ ਕੰਪਲੀਟ ਕਰ ਲਿਆ ਸੀ। ਸਟਾਰਟ ਕਰਨ ਲੱਗੇ ਹਾਂ ਡੇ 28 ਤੋਂ। ਦੇਖੋ ਐਕਟੀਵਿਟੀ ਦੇ ਵਿੱਚ ਕੀ ਦਿੱਤਾ ਆਪਾਂ ਨੂੰ। ਐਕਟੀਵਿਟੀ ਦੇ ਵਿੱਚ ਉਹਨੇ ਕਿਹਾ ਆਪਾਂ ਨੂੰ ਇੱਕ ਮਿੰਟ, इस ग्राफ विच पीज़ा बर्गर सैंडविच और नूडल की कीमत दी गई है। दी फॉलोइंग ग्राफ शोइंग द प्राइस ऑफ पीज़ा बर्गर सैंडविच एंड नूडल्स। रीड केयरफुली एंड आंसर दी फॉलोइंग क्वेश्चनस। इस अंकड़े नूं ध्यान नाल वेखो ते हेठां दित्ते प्रश्नां दे उत्तर दिओ। पीज़े का प्राइस कितना बेटा? पीज़े का प्राइस कितना अपने कोले 120। पीज़े का प्राइस कितना हैगा 120। फिर अपने कोले बर्गर का प्राइस कितना देखो 80। बर्गर किन्ने रुपीज़ है 80। फिर अपने को सैंडविच किन्ने रुपए का है 40 रुपए का। सैंडविच है 40 रुपए का। फिर अपने को नूडल्स वो किन्ने दियाँ हैगियां 60 रुपए दियाँ। ठीक है, क्वेश्चन की पुट किए है। इन्हां विचों किस दी कीमत सब तो ज़्यादा है? विच ऑफ दी अबव हैज़ हाईएस्ट प्राइस। सब तो ज़्यादा प्राइस किहदा है पीज़ा। आंसर क्या होगा पीज़ा। इन्हां विचों किस दी कीमत सब तो घट है? किसदी कीमत सब तो घट है? सैंडविच। तो सैंडविच आ जाऊगा। नाल होम असाइनमेंट देखो। इस ग्राफ विच संदीप, हरलीन, अनमोल ते राहुल का मार्च 2020 ਅਤੇ मार्च 2021 का कद माप सेंटीमीटर ਦੇ ਵਿੱਚ ਦਿੱਤਾ ਹੋਇਆ ਹੈ। ਜਿਹੜੀ ਸੰਦੀਪ ਹੈ ਜਾਂ ਜਿਹੜਾ ਸੰਦੀਪ ਹੈ ਉਹਦੀ ਹਾਈਟ 2020 ਦੇ ਵਿੱਚ 120 ਸੈਂਟੀਮੀਟਰ ਸੀ। 21 ਦੇ ਵਿੱਚ ਕਿੰਨੀ ਹੋ ਗਈ 140। ਜਿਹੜਾ ਨੀਲਾ ਗਰਾਫ ਹੈ, ਨੀਲੇ ਬਾਰ ਹੈ, ਉਹ ਮਾਰਚ 20 ਦੇ ਹੈ ਅਤੇ ਜਿਹੜੇ ਆਪਣੇ ਕੋਲੇ ਦੂਸਰੇ ਗਰਾਫ ਹੈ, ਰੈੱਡ ਗਰਾਫ ਹੈ, ਉਹ ਮਾਰਚ 21 ਦੇ ਹੈ। ਠੀਕ ਹੈ, ਤਾਂ ਸੰਦੀਪ ਦੀ ਹਾਈਟ ਪਹਿਲਾਂ 120 ਤੋਂ 140 ਹੋ ਗਈ। ਹਰਲੀਨ ਦੀ ਹਾਈਟ 100 ਆਪਾਂ ਕਹੀਏ 100 ਅਤੇ 120 ਦੇ ਵਿਚਾਲੇ ਹੈ ਤਾਂ 110 ਕਹਿ ਸਕਦੇ ਹਾਂ। ਅਤੇ ਹਰਲੀਨ ਦੀ ਮਾਰਚ 21 ਦੇ ਵਿੱਚ ਹਾਈਟ ਕਿੰਨੀ ਹੋ ਗਈ 160 ਸੈਂਟੀਮੀਟਰ। ਅਨਮੋਲ ਜਿਹੜਾ 130 ਹੈ ਅਤੇ ਬਾਅਦ ਦੇ ਵਿੱਚ ਉਹਦੀ ਹਾਈਟ ਕਿੰਨੀ ਹੋ ਗਈ 120 ਅਤੇ 140 ਦੇ ਵਿਚਾਲੇ ਹੀ ਹੈ ਦੋਨੇ। ਇਹਨੂੰ ਇੱਕ ਨੂੰ 130 ਕਹਿ ਦਿਓ ਅਨਮੋਲ ਨੂੰ, ਇੱਕ ਨੂੰ 135। ਦੂਜੇ ਸਾਲ ਦੇ ਵਿੱਚ ਹਾਈਟ ਕਿੰਨੀ ਹੋ ਗਈ 135। ਰਾਹੁਲ ਹੈ ਜਿਹੜਾ ਉਹ 130 ਅਤੇ 150। ਰਾਹੁਲ ਕਿੰਨਾ 130 ਅਤੇ 150। ਉਪਰੋਕਤ ਅੰਕੜੇ ਅਨੁਸਾਰ ਕਿਸ ਦੇ ਕੱਦ ਦਾ ਅੰਤਰ ਸਭ ਤੋਂ ਵੱਧ ਹੈ? ਤਾਂ ਕਲੀਅਰਲੀ ਗੱਲ ਹੈ ਹਰਲੀਨ ਦੇ ਕੱਦ ਦਾ ਅੰਤਰ ਹੈ ਜਿਹੜਾ ਉਹ ਸਭ ਤੋਂ ਵੱਧ ਹੈ, ਕਿਉਂਕਿ ਹਰਲੀਨ 110 ਤੋਂ 160 'ਤੇ ਆ ਗਿਆ। 50 ਸੈਂਟੀਮੀਟਰ ਕੱਦ ਉਹਦਾ ਵੱਧ ਗਿਆ। ਠੀਕ ਹੈ, ਤਾਂ ਕਿਹਦਾ ਅੰਤਰ ਸਭ ਤੋਂ ਵੱਧ ਹੈ? ਹਰਲੀਨ ਦਾ। ਡੇ 29 ਦੀ ਐਕਟੀਵਿਟੀ। ਸਿੱਕੇ ਦੇ ਦੋਵੇਂ ਪਾਸਿਆਂ ਨੂੰ ਕੀ ਕਿਹਾ ਜਾਂਦਾ ਹੈ? ਵਟ ਇਜ਼ ਦੀ ਨੇਮ ਆਫ ਟੂ ਫੇਸਿਸ ਆਫ ਏ ਕੋਇਨ। ਇਹਨੂੰ ਕੀ ਕਹਿੰਦੇ ਹੋ ਤੁਸੀਂ? ਹੈਡ। ਹੈਡ ਚਿੱਤ। ਪੰਜਾਬੀ 'ਚ ਕੀ ਕਹਿੰਦੇ ਇਹਨੂੰ? ਚਿੱਤ। ਇਹਨੂੰ ਕੀ ਕਹਿੰਦੇ ਹੋ? ਟੇਲ। ਪੱਟ। ਪੰਜਾਬੀ 'ਚ ਕੀ ਕਹਿੰਦੇ ਆਪਾਂ ਇਹਨੂੰ? ਪੱਟ। ਹੈਡ ਅਤੇ ਟੇਲ, ਚਿੱਤ ਅਤੇ ਪੱਟ। ਫਿਰ ਆ ਗਿਆ ਇੱਕ ਪਾਸੇ ਦੀਆਂ ਕਿੰਨੀਆਂ ਫਲਕਾਂ ਹਨ? ਵਟ ਆਰ ਦੀ ਨੰਬਰ ਆਫ ਫੇਸਿਸ ਆਫ ਕੋਇਨ। ਇੱਕ ਪਾਸੇ ਦੀਆਂ ਕਿੰਨੀਆਂ ਫਲਕਾਂ ਹਨ? 6 ਡਾਈਸ ਦੀਆਂ, ਸੋਰੀ ਕੋਇਨ ਕਹਿ ਗਿਆ ਮੈਂ। 6 ਫਲਕ ਹੁੰਦੇ ਹੈ, 6 ਫੇਸਿਸ। ਇੱਧਰ ਦੇਖੋ ਦੋ ਕ੍ਰਿਕਟਰ ਸਟੀਵ ਸਮਿਥ ਅਤੇ ਵਿਰਾਟ ਕੋਹਲੀ ਟੌਸ ਕਰੀ ਜਾਂਦੇ ਹੈ। ਕਹਿੰਦੇ ਕਿ ਇੱਕ ਸਿੱਕੇ ਨੂੰ ਉਛਾਲਣ 'ਤੇ ਦੋਵੇਂ ਪਾਸੇ ਚਿੱਤ ਅਤੇ ਪੱਟ 'ਤੇ ਆਉਣ ਦੀ ਸੰਭਾਵਨਾ ਸਮਾਨ ਹੁੰਦੀ ਹੈ। ਇਫ ਵੀ ਟੌਸ ਏ ਕੋਇਨ ਦੈਨ ਦੀ ਪ੍ਰੋਬੇਬਿਲਿਟੀ ਆਫ ਕਮਿੰਗ ਹੈਡ ਔਰ ਟੇਲ ਇਜ਼ ਸੇਮ। ਯੈਸ ਡੈਫੀਨੇਟਲੀ। ਹਾਂ, ਦੋਨਾਂ ਦੇ ਚਿੱਤ ਅਤੇ ਪੱਟ 'ਤੇ ਆਉਣ ਦੀ ਸੰਭਾਵਨਾ ਕੀ ਹੁੰਦੀ ਹੈ? ਸੇਮ ਹੁੰਦੀ ਹੈ। ਇਹ ਹੋ ਗਿਆ ਬੇਟਾ ਡੇ 28 ਅਤੇ ਡੇ 29 ਦਾ ਕੰਮ। ਉਸ ਤੋਂ ਬਾਅਦ 31 ਆਇਆ ਆਪਣੇ ਕੋਲ ਸਿੱਧਾ। 31 ਦੇ ਵਿੱਚ ਦੇਖੋ ਕੀ ਹੈ? ਭਿੰਨ ਇੱਕ ਅਜਿਹੀ ਸੰਖਿਆ ਹੈ ਜੋ ਪੂਰਨ ਦੇ ਭਾਗ ਨੂੰ ਦਰਸਾਉਂਦੀ ਹੈ। ਫਰੈਕਸ਼ਨ ਇਜ਼ ਦੀ ਨੰਬਰ ਦੈਟ ਰੀਪ੍ਰਜੈਂਟ ਪਾਰਟ ਆਫ ਏ ਹੋਲ। 3/4 ਇੱਕ ਪੂਰਨ ਸੰਖਿਆ ਦੇ 4 ਬਰਾਬਰ ਹਿੱਸਿਆਂ ਨੂੰ ਵਿੱਚੋਂ 3 ਹਿੱਸਿਆਂ ਨੂੰ ਦਰਸਾਉਂਦੀ ਹੈ। ਜੇ 3/4 ਲਿਖਿਆ ਹੈ ਤਾਂ ਇਹਦਾ ਮਤਲਬ ਕੀ ਹੈ? ਕਿਸੇ ਵਸਤੂ ਦੇ ਆਪਾਂ 4 ਹਿੱਸੇ ਕੀਤੇ ਹੈ ਅਤੇ 3/4 ਦਾ ਮਤਲਬ 3 ਹਿੱਸਿਆਂ ਨੂੰ ਦਰਸਾਉਂਦੀ ਹੈ, ਜਿਵੇਂ 3 ਹਿੱਸੇ ਛੇੜ ਕੀਤੇ ਹੋਣ। 3/4 represent the 3 parts when the whole divide into 4 equal parts. 4 is called denominator। 4 ਨੂੰ ਹਰ ਅਤੇ 3 ਨੂੰ ਅੰਸ਼ ਕਿਹਾ ਜਾਂਦਾ ਹੈ। 3 is called numerator।
ਡੇ 31 ਦੇ ਵਿੱਚ ਰਾਈਟ ਦੀ ਫਰੈਕਸ਼ਨ ਫॉर ਦੀ ਸ਼ੇਡਡ ਪੋਰਸ਼ਨ ਇਨ ਦੀ ਗਿਵਨ ਫਿਗਰ। ਇਹਦੇ ਵਿੱਚ ਦੇਖੋ ਟੋਟਲ ਹਿੱਸੇ ਕਿੰਨੇ ਹੈ 2 4 6 8 ਤਾਂ ਥੱਲੇ ਤਾਂ ਆਊਗਾ 8 ਪਹਿਲੇ ਸਵਾਲ ਦੇ ਵਿੱਚ ਥੱਲੇ ਆਊਗਾ 8 ਉੱਪਰ 3। ਦੂਜੇ ਦੇ ਵਿੱਚ ਕਿੰਨੇ ਹਿੱਸੇ ਹੈ 1 2 3 4 5 6 7 ਨੀਚੇ ਤਾਂ ਆਊਗਾ 7 2 4 5 नहीं 9 नीचे तो आऊगा 9 शेडड किन्ने है 4। तीजे दे विच 2 4 6 8 दे विचों 4 शेडड है 4/8। ठीक है ये एदा उत्तर है, ये एदा उत्तर है, एदा उत्तर आ वाला है। ठीक है क्लीयर। होम असाइनमेंट दे विच राइट दी फ्रैक्शन फॉर दी शेडड पोर्शन ये तुसीं अपने आप लिखना है। ये चो तुहानूं मैं कल्ला आ वाला करा देना है ਜਿਹੜਾ ਆਹ ਫਲਾਵਰ ਜਿਹਾ ਬਣਾਇਆ ਹੋਇਆ ਹੈ ਇਹਦੇ 2 ਹਿੱਸੇ ਹੈ ਇੱਕ ਤਰੀਕੇ ਦੇ ਜਿਹੜੇ ਇੱਕੋ ਜਿਹੇ ਹੈ। ਥੱਲੇ 2 ਆਊਗਾ ਉੱਤੇ ਕਿੰਨਾ ਹਿੱਸਾ ਸ਼ੇਡ ਕੀਤਾ 1/2। ਠੀਕ ਹੈ ਇਹਦਾ ਆਨਸਰ ਕਿੰਨਾ ਆਊਗਾ 1/2। ਬਾਕੀ ਦੇ ਆ ਤਿੰਨੇ ਤੁਸੀਂ ਬਹੁਤ ਸੌਖੇ ਆਪਣੇ ਆਪ ਕਰ ਲੈਣੇ ਆ। ਡੇ 32 ਦਿੱਤੇ ਗਏ ਚਿੱਤਰ ਨੂੰ ਦਿੱਤੀ ਭਿੰਨ ਅਨੁਸਾਰ ਛਾਇਆ ਅੰਕਿਤ ਕਰੋ। ठीक है 3/4 ਇਹਦਾ मतलब 3 ਹਿੱਸੇ ਦੇ ਤੁਸੀਂ ਕਲਰ ਕਰਨੇ ਆ। 3 ਹਿੱਸੇ ਆ ਕਰਤਾ ਆਹ ਛੱਡ ਦਿਓ ਇੱਕ। ਠੀਕ ਹੈ 1/2 ਇੱਕ ਹਿੱਸਾ ਇੱਧਰਲਾ ਕਲਰ ਕਰਤਾ। 5/6 ਇਹ ਚੋਂ ਇੱਕ ਛੱਡ ਕੇ ਬਾਕੀ ਸਾਰੇ ਕਲਰ ਕਰ ਦੇਣੇ ਆ। ਠੀਕ ਹੈ ਤੇ ਉਸ ਤੋਂ ਬਾਅਦ ਆਹ ਵਾਲਾ ਵੀ ਤੁਸੀਂ ਦਿੱਤੇ ਗਏ ਚਿੱਤਰ ਨੂੰ ਦਿੱਤੀ ਭਿੰਨ ਅਨੁਸਾਰ ਛਾਇਆ ਅੰਕਿਤ ਕਰ ਲੈਣਾ ਹੈਗਾ। ਡੇ 33 डायग्राम ਤੁਹਾਨੂੰ ਦਿੱਤਾ ਹੋਇਆ ਧਿਆਨ ਨਾਲ ਦੇਖੋ। ਪਹਿਲਾਂ ਇੱਕ ਹੋਲ ਹੈ ਸਾਰੇ ਦਾ ਸਾਰਾ ਇੱਕ ਪਾਰਟ ਬਣਿਆ ਪਿਆ। ਉਦੋਂ ਬਾਅਦ ਉਹਦੇ 2 ਹਿੱਸੇ ਕੀਤੇ ਹੋਏ ਹੈ। ਉਦੋਂ ਬਾਅਦ ਉਹਦੇ 1/3 1/3 ਲਿਖਿਆ 3 ਹਿੱਸੇ ਹੈ। ਫਿਰ 1/4 1/4 1/4 1/4 4 ਹਿੱਸੇ ਹੈ। ਫਿਰ 1/5 1/5 1/5 1/5 1/5 5 ਹਿੱਸੇ ਹੈ। ਇਸ ਤਰੀਕੇ ਨਾਲ ਕਰਦੇ ਹੋਏ 1/6 ਵਾਲੇ ਹਿੱਸੇ 1/7 ਵਾਲੇ 1/8 ਵਾਲੇ 1/10 ਵਾਲੇ 1/12 ਵਾਲੇ ਇਸ ਤਰੀਕੇ ਨਾਲ ਦਿੱਤੇ ਹੋਏ ਆਪਣੇ ਕੋਲੇ। ਹੁਣ ਕੀ ਕਹਿੰਦਾ ਇੱਧਰਲੀ ਐਕਟੀਵਿਟੀ ਦੇ ਵਿੱਚ ਉਹਨੇ ਕੀ ਕਿਹਾ ਹੈਗਾ ਨਾਲ ਦਿੱਤੇ ਚਾਰਟ ਨੂੰ ਦੇਖ ਕੇ ਹੇਠਾਂ ਦਿੱਤੀਆਂ ਭਿੰਨਾਂ ਨੂੰ ਵੱਧਦੇ ਅਤੇ ਘਟਦੇ ਕ੍ਰਮ ਵਿੱਚ ਦੇਖੋ। ਜਦੋਂ ਆਪਾਂ ਥੱਲੋਂ ਉੱਪਰ ਵੱਲ ਜਾਵਾਂਗੇ ਤਾਂ ਵੱਧਦਾ ਕ੍ਰਮ ਆਊਗਾ 1/12 ਛੋਟਾ 1/10 ਤੋਂ ਛੋਟਾ 1/8 ਤੋਂ ਛੋਟਾ 1/7 ਤੋਂ ਛੋਟਾ 1/6 ਤੋਂ ਛੋਟਾ 1/5 ਤੋਂ ਛੋਟਾ 1/4 ਤੋਂ ਛੋਟਾ 1/3 ਤੋਂ ਛੋਟਾ 1/2 ਤੋਂ ਛੋਟਾ 1/1 ਤੋਂ। ਠੀਕ ਹੈ ਜੇ ਆਪਾਂ ਗੱਲ ਕਰੀਏ 1/12 ਛੋਟਾ 1/10 ਤੋਂ 1/10 ਛੋਟਾ 1/8 ਤੋਂ 1/7 ਤੋਂ 1/6 ਤੋਂ 1/5 ਤੋਂ 1/4 ਤੋਂ ਇਸ ਤਰੀਕੇ ਨਾਲ। ਠੀਕ ਹੈ ਇਹ ਹੈਗਾ ਵੱਧਦਾ ਕ੍ਰਮ। ਘਟਦਾ ਕ੍ਰਮ ਲਿਖਣਾ ਹੋਵੇ ਤਾਂ ਉਲਟ ਲਿਖਿਆ ਜਾਊਗਾ। ਪਹਿਲਾਂ ਲਿਖਿਆ ਜਾਊਗਾ ਘਟਦੇ ਕ੍ਰਮ ਦੇ ਵਿੱਚ ਜਿਵੇਂ ਆਪਾਂ 1/1 1/1 ਵੱਡਾ 1/2 ਤੋਂ ਵੱਡਾ 1/3 ਤੋਂ ਵੱਡਾ ਹੈ 1/4 ਤੋਂ ਵੱਡਾ ਹੈ 1/5 ਤੋਂ ਵੱਡਾ ਹੈ 1/6 ਤੋਂ ਵੱਡਾ ਹੈ 1/7 ਤੋਂ ਇਸ ਤਰੀਕੇ ਨਾਲ ਸੋ। ਠੀਕ ਹੈ ਤਾਂ ਹੁਣ ਤੁਸੀਂ ਆਸਾਨੀ ਨਾਲ ਵੱਧਦਾ ਕ੍ਰਮ ਅਤੇ ਘਟਦਾ ਕ੍ਰਮ ਇਹ ਤਾਂ ਤੁਸੀਂ ਲਿਖ ਦੋਗੇ ਆਪਣੇ ਆਪ। ਠੀਕ ਹੈ ਨੈਕਸਟ ਡੇ 34 ਦੇ ਕੰਮ ਦੇ ਵਿੱਚ ਦੇਖੋ ਕੀ ਹੈ ਉੱਪਰ ਦਿੱਤੀਆਂ ਗਈਆਂ ਪੱਟੀਆਂ ਵਿੱਚ ਢੁਕਵੀਆਂ ਭਿੰਨਾਂ ਲਿਖੋ। ਭਿੰਨਾਂ ਕਿਵੇਂ ਦੇਖੋ ਪਹਿਲਾਂ ਤਾਂ 1 ਹੈ 1 ਹੀ ਲਿਖਿਆ ਜਾਊ ਪਹਿਲੇ 'ਚ ਤਾਂ ਦੂਜੇ 'ਚ 1/2 1/2 ਜਿੰਨੇ ਹਿੱਸੇ ਹੈ 1/19 ਆਊਗਾ। ਇਹਦੇ 3 ਹਿੱਸੇ ਹੈ 1/3 1/3 1/3 1/4 1/4 1/4 1/4 1/5 1/5 1/5 1/5 1/5 ਉਵੇਂ ਹੀ ਦੇਖ ਲੈਣਾ ਹੈ ਵੀ ਪੱਟੀਆਂ ਦੇ ਹਿੱਸੇ ਕਿੰਨੇ ਕੀਤੇ ਹੈ 1/19 ਲਿਖੀ ਜਾਣਾ ਹੈ। ਠੀਕ ਹੈ ਫਿਰ ਆ ਗਿਆ ਜੇਕਰ ਚਿੱਤਰ ਇੱਕ ਵਿੱਚ ਭਿੰਨ 7/4 ਨੂੰ ਦਰਸਾਉਂਦਾ ਹੈ ਤਾਂ 3/2 ਕਿਹਨੂੰ ਦਰਸਾ ਰਿਹਾ ਹੈ। ਦੇਖੋ ਇਹ 7/4 ਕਿਵੇਂ ਦਰਸਾਇਆ ਸੀ 1 2 3 4 5 6 7 ਆ ਗਿਆ। 4 ਥੱਲੇ ਕਿਉਂ ਆਇਆ ਕਿਉਂਕਿ ਇੱਕ ਪੂਰੀ ਚੀਜ਼ ਦੇ 4 ਹਿੱਸੇ ਕੀਤੇ ਹੈ। ਇਹ 'ਚ ਕੀ ਹੈ 1 2 3 4 5 6 ਥੱਲੇ ਤਾਂ ਆਊ 6 ਹਿੱਸੇ ਕਲਰ ਹੋ ਗਏ 7
7/6। तो ਇਹਦਾ ਆਨਸਰ ਕਿੰਨਾ ਆਊਗਾ 7/6। ਤਾਂ ਬੇਟਾ ਇਹ ਡੇ 34 ਤੱਕ ਤੁਹਾਡਾ ਕੰਮ ਕੰਪਲੀਟ ਹੈ, ਇਹਨੂੰ ਕੰਪਲੀਟ ਕਰ ਲੈਣਾ। ਜੇ ਕੋਈ ਦਿੱਕਤ ਆਈ ਤਾਂ ਮੈਥੋਂ ਪੁੱਛ ਲਿਓ, ਠੀਕ ਹੈ। ਥੈਂਕ ਯੂ।